ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਅਸੀਂ ਦੇਖਿਆ ਸੀ ਕਿ ਸ਼ਬਦ ਦੀ ਕਮਾਈ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਇਹ ਦਰਸਾਇਆ ਗਿਆ ਹੈ ਕਿ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ ਤੇ ਇਸ ਵਿੱਚ ਮੁੱਢਲੇ ਕਿਹੜੇ ਭੁਲੇਖੇ ਵਾਪਰਦੇ ਹਨ। ਇਹਨਾਂ ਤੋਂ ਇਲਾਵਾ ਇਸ ਗੱਲ ਦੀ ਵੀ ਸੋਝੀ ਪੈ ਜਾਏਗੀ ਕਿ ਪਰਮਾਰਥ ਕਿਸ ਨੂੰ ਕਹਿੰਦੇ ਹਨ, ਕਦੋਂ ਸ਼ੁਰੂਆਤ ਹੁੰਦੀ ਹੈ ਪਰਮਾਰਥ ਦੀ, ਅਧਿਆਤਮਕ ਜੀਵਨ ਕਦੋਂ ਸ਼ੁਰੂ ਹੁੰਦਾ ਹੈ ਤੇ ਅਧਿਆਤਮਕ ਜੀਵਨ ਦੀ ਪ੍ਰਫੁੱਲਤਾ ਕਿਵੇਂ ਹੁੰਦੀ ਹੈ। ਇਹਨਾਂ ਸਾਰਿਆਂ ਵਿਚਾਰਾਂ ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਸ਼ਬਦ ਸੁਰਤ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ। ਇਹਨਾਂ ਦੋਹਾਂ ਪਦਵਾਂ ਅਥਵਾ ਸ਼ਬਦ ਅਤੇ ਸੁਰਤ ਦੀ ਬਾਬਤ ਪਿਛਲੇ ਭਾਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ, ਪਰ ਸੁਰਤ ਦੇ ਵਿਸ਼ੇ ਨੂੰ ਹੋਰ ਖੁਲਾਸਾ ਕਰਨ ਲਈ ਹੇਠਲੇ ਉਦਾਹਰਣ ਸਹਾਈ ਹੋ ਸਕਦੇ ਹਨ। ਜਦ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ ਨੂੰ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਉਦਾਲੇ ਪੁਦਾਲੇ ਦੇ ਵਾਧੂ ਦ੍ਰਿਸ਼ ਪਰੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਫੋਟੋ ਵਿੱਚ ਆਉਂਦਾ ਹੈ। ਐਨ ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ ਤੇ ਹੀ ਇਕਾਗਰ ਜਾਂ ਕੇਂਦਰਿਤ ਕਰਨਾ ਜ਼ਰੂਰੀ ਹੈ ਤਾਂ ਕਿ ਸਾਡੇ ਮਨ ਉੱਤੇ ਸ਼ਬਦ ਦਾ ਸੋਹਣਾ, ਸਾਫ਼ ਤੇ ਅਸਲੀ ਆਤਮਕ ਅਕਸ ਤੇ ਅਸਰ ਪੈ ਸਕੇ। ਦੂਜੇ ਲਫ਼ਜ਼ਾਂ ਵਿੱਚ ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਅਥਵਾ ਅਲਿਪਤ ਹੋ ਕੇ ਇੱਕੇ ਸ਼ਬਦ ਵਿੱਚ ਸੁਰਤੀ ਨੂੰ ਲਿਵਲੀਨ ਕਰਨਾ ਹੈ। ਧਿਆਨ ਦੇਣਾ ਜੀ, ਜਦੋਂ ਗੁਰਮੰਤਰ ਦਾ ਅਭਿਆਸ ਕਰਨਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹੋਰ ਕੋਈ ਵੀ ਖਿਆਲ ਨਾ ਹੋਵੇ, ਸਿਰਫ ਗੁਰਮੰਤਰ ਦੇ ਉੱਤੇ ਧਿਆਨ ਕੇਂਦਰਿਤ ਹੋਵੇ ਤਾਂ ਕਿ ਸ਼ਬਦ ਦਾ ਸੋਹਣਾ ਅਕਸ ਸਾਡੇ ਮਨ ਤੇ ਪੈ ਸਕੇ। ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਅਤ ਜ਼ਰੂਰੀ ਹੈ ਤਾਂ ਕਿ ਸੁਰਤੀ ਸ਼ਬਦ ਵਿੱਚ ਲਾਵਣੀ ਸੌਖੀ ਹੋ ਸਕੇ। ਸੋ ਪਹਿਲੀ ਗੱਲ, ਅਲਿਪਤ ਰਹਿਣਾ। ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਅਤਿਅੰਤ ਔਖਾ ਕੰਮ ਹੈ ਅਤੇ ਇਹੋ ਹੀ ਆਮ ਜਗਿਆਸੂਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਮਨ ਇਕਾਗਰ ਨਹੀਂ ਹੁੰਦਾ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਕਰਨ ਅਥਵਾ ਸ਼ਬਦ ਸੁਰਤ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਸੋ ਮਨ ਨੂੰ ਇਕਾਗਰ ਕਰਨਾ ਹੈ, ਉਸ ਲਈ ਪਹਿਲੀ ਗੱਲ ਅਲਿਪਤ ਰਹਿਣਾ ਤੇ ਦੂਸਰੀ ਗੱਲ ਸਾਧ ਸੰਗਤ। ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ। ਸਾਧ ਕੈ ਸੰਗ ਨ ਕਤਹੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੇ। ਸਾਧ ਸੰਗਤ ਮਿਲ ਮਨ ਵਸ ਆਇਆ। ਇਕਾਗਰ ਕਿਉਂ ਕਰਨਾ ਹੈ, ਇਸ ਨੂੰ ਸਮਝਣ ਲਈ ਇੱਕ ਉਦਾਹਰਣ। ਆਛੀ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ ਤੇ ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਵੀ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਧਿਆਨ ਅਥਵਾ ਸੁਰਤ ਦੀਆਂ ਕਿਰਨਾਂ ਤੇ ਸਹੀ ਢੁਕਦਾ ਹੈ। ਜਿਉਂ-ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਤੇ ਸਾਡਾ ਅੰਤਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਕਾਗਜ਼ ਨੂੰ ਸੂਰਜ ਦੀਆਂ ਕਿਰਨਾਂ ਦੇ ਅੱਗੇ ਕਰੀਏ ਤਾਂ ਕਾਗਜ਼ ਤੇ ਕੋਈ ਅਸਰ ਨਹੀਂ ਹੁੰਦਾ, ਪਰ ਜੇ ਸੂਰਜ ਦੀਆਂ ਕਿਰਨਾਂ ਦੇ ਅੱਗੇ ਆਛੀ ਸ਼ੀਸ਼ਾ ਰੱਖ ਦਈਏ ਤਾਂ ਉਸ ਵਿੱਚੋਂ ਜਦੋਂ ਇਹ ਕਿਰਨਾਂ ਲੰਘਦੀਆਂ ਹਨ, ਲੱਖਾਂ ਕਿਰਨਾਂ ਇਕੱਠੀਆਂ ਹੋ ਕੇ ਗੂੜੀ ਕਿਰਨ ਬਣ ਜਾਂਦੀ ਹੈ, ਉਹ ਕਾਗਜ਼ ਨੂੰ ਸਾੜ ਦਿੰਦੀ ਹੈ। ਇਸ ਤਰ੍ਹਾਂ ਸਾਡੀਆਂ ਖਿੰਡੀਆਂ ਬਿਰਤੀਆਂ ਦਾ ਸਾਡੇ ਮਨ ਤੇ ਕੋਈ ਅਸਰ ਨਹੀਂ ਹੁੰਦਾ, ਪਰ ਜਦੋਂ ਸ਼ਬਦ ਨਾਲ ਸਾਡੀ ਮਨ ਦੀ ਬਿਰਤੀ ਇਕਾਗਰ ਹੁੰਦੀ ਹੈ ਤਾਂ ਇਕਾਗਰ ਹੋਈ ਬਿਰਤੀ ਦੇ ਵਿੱਚ ਇਤਨੀ ਸ਼ਕਤੀ ਹੋ ਜਾਂਦੀ ਹੈ ਕਿ ਉਹ ਸਾਡੇ ਮਨ ਦੀ ਮੈਲ ਨੂੰ ਸਾੜ ਦਿੰਦੀ ਹੈ, ਯਾਨੀ ਕਿ ਅੰਦਰੂਨੀ ਮੈਲ ਨੂੰ। ਸਾਡਾ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਦੇ ਸ਼ੀਸ਼ੇ ਉੱਤੇ ਆਤਮਕ ਅਕਸ ਛੇਤੀ ਪੈਂਦਾ ਹੈ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤੇ ਗੋਬਿੰਦ ਗੱਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ,
सावधान एकाग्र जी, मन के तरंग शब्द निवारे, रसना सहज सुभाए, आनंद मूल राम सब देखिया, गुर शब्दी गोबिंद गजिया। सो इसलिए एकाग्र करना है, पर एकाग्र ਤਾਂ ਹੀ ਹੋਵੇਗਾ ਕਿ ਮਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਇੱਕੇ ਗੁਰਮੰਤਰ ਤੇ ਟਿਕਾਵਾਂਗੇ, ਪਰ ਇਹ ਸੌਖਾ ਨਹੀਂ। ਇਸ ਲਈ ਦ੍ਰਿੜਤਾ ਨਾਲ ਅਭਿਆਸ ਚਾਹੀਦਾ ਹੈ। ਸੋ ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ, ਦ੍ਰਿੜਤਾ ਅਤੇ ਅਭਿਆਸ ਵੀ ਲਾਜ਼ਮੀ ਹੈ। ਅਭਿਆਸ ਵੀ ਉਸ ਤਰ੍ਹਾਂ ਦਾ ਮਗਨ ਹੋ ਕੇ, ਜਿਵੇਂ ਬੱਚੇ ਟੈਲੀਵਿਜ਼ਨ ਜਦ ਦੇਖਦੇ ਹਨ ਤਾਂ ਉਹ ਇਤਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲਾ ਪੁਦਾਲਾ ਤੇ ਆਪਣਾ ਆਪਾ ਭੁੱਲ ਜਾਂਦਾ ਹੈ ਅਤੇ ਹੋਰ ਕੁਝ ਸੁਝਦਾ ਜਾਂ ਸੁਣਦਾ ਹੀ ਨਹੀਂ। ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁਭੀ ਰਹਿੰਦੀ ਹੈ। ਇਸ ਤੋਂ ਇਲਾਵਾ ਪ੍ਰੇਮ ਸਵੈਪਨਾ ਅਥਵਾ ਪ੍ਰੀਤ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਇਹ ਸਾਡੇ ਸਾਰਿਆਂ ਵਿੱਚ ਅੰਤਰਾਤਮੇ ਹੈ, परमात्मा ने पाई हुई है प्रीत डोरी। ये किवें असर करदी, इस दा विस्तार अगे आवेगा। प्रीत प्रेम तन खच रहा, बीच न राई होत, चरण कमल मन बेदियो, बूझन सुरत संजोग, साध संगत असनेह सब रंग माण दे, शब्द सुरत लिवले आख वखाण दे। साध संगत गुर शब्द प्यारा। उपरली विचार तो सिद्ध होंदा है कि शब्द सुरत दी कमाई लई साध संगत, अलेपता, एकाग्रता, मगनता, अभ्यास, प्रीत डोरी ते गुरप्रसाद दी अत्यंत लोड़ है। इन्हां साधना विचों बख्शे होए गुरमुख प्यारियां दी संगत अथवा साध संगत ही पहली पौड़ी जां मुढ़ला साधन है, क्योंकि उन्हां दी दैवी संगत दे प्रभाव द्वारा बाकी सारे आत्मक गुण सहजे ही मन विच आ वसते हन। किरपा करे जिस पार ब्रह्म, होवे साधु संग, ज्यों ज्यों ओ वधाई है, त्यों त्यों हर स्यों रंग। उठत बैठत हर पजो, साधु संग परीत, नानक दुर्मत छुट गई, पार ब्रह्म बसे चीत। पर एहो जई शब्द सुरत विच परोती होई आत्मक जीवन रौं वाली साध संगत बड़े वड्डे भागां नाल प्राप्त होंदी। एवें नहीं किसी दी कोई पिछले जन्म दी कमाई होवे, बहुत उच्चे भाग होण ਤਾਂ ਮਹਾਂਪੁਰਖਾਂ ਦੀ ਸੰਗਤ ਨਸੀਬ ਹੁੰਦੀ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ। ਤਾਂ ਕਾ ਦਰਸ ਪਾਈਐ ਵਡ ਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਬਿਨ ਭਾਗਾਂ ਸਤਸੰਗ ਨ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਹੁਣ ਸ਼ਬਦ ਦੀ ਬਾਬਤ ਕਿ ਸੁਰਤ ਨਾਲ ਕਿਹੜੇ ਸ਼ਬਦ ਨੂੰ ਅਨੁਭਵ ਕਰਨਾ ਹੈ। ਵਿਗਿਆਨ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਅਸਥੂਲ ਚੀਜ਼ਾਂ ਭਿੰਨ ਭਿੰਨ ਤੱਤਾਂ ਦੇ ਸੁਮੇਲ ਤੋਂ ਬਣੀਆਂ ਹਨ। ਜੇਕਰ ਕਿਸੇ ਅਸਥੂਲ ਮਾਧੂ ਵਸਤੂ ਨੂੰ ਬਾਰੀਕ ਤੋਂ ਬਾਰੀਕ ਤੋੜੀ ਜਾਈਏ ਤਾਂ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਅਤੇ ਸੂਖਮ ਅਣੂਆਂ ਜਿਹਾ ਕਿ ਮੋਲੀਕਿਊਲਸ, ਐਟਮਸ, ਨਿਊਟਰੋਨਸ ਅਤੇ ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੈ। ਇਲੈਕਟ੍ਰੋਨਸ ਦੀ ਥਰਥਰਾਹਟ ਜਾਂ ਹਰਕਤ ਕਰਕੇ ਹੀ ਸਾਰੀਆਂ ਮਾਦੀ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ। ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜਿਆ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਬਾਣੀ, ਅਨਹਦ ਧੁਨ ਤੇ ਅਨਹਦ ਨਾਦ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਵਾ ਅਨਹਦ ਧੁਨੀ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰਥਰਾਹਟ ਅਥਵਾ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਹਾਂਜੀ, ਉਹ ਸ਼ਬਦ ਜਿਸ ਨੇ ਕਿ ਸ੍ਰਿਸ਼ਟੀ ਨੂੰ ਉਪਜਾਇਆ ਹੈ, ਜਿਸ ਦੁਆਰਾ ਸ੍ਰਿਸ਼ਟੀ ਪਲਦੀ ਤੇ ਚਲਦੀ ਹੈ, ਉਸ ਨੂੰ ਅਨੁਭਵ ਕਰਨਾ ਹੈ। ਇਸ ਅਨਹਦ ਬਾਣੀ ਅਥਵਾ ਤਤ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਅਖਰੀ ਰੂਪ ਗੁਰਮੰਤਰ ਦਾ ਅਟੁੱਟ ਸਿਮਰਨ ਅਭਿਆਸ ਕਮਾਈ ਕਰਨ ਦੀ ਲੋੜ ਹੈ। ਹਾਂਜੀ, ਇਕਾਗਰਤਾ ਦੇ ਸਹਿਤ ਲਗਾਤਾਰ ਸਿਮਰਨ ਕਰਦਿਆਂ ਕਰਦਿਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਅਤੇ ਸਾਡੇ ਮਨ ਤਨ ਬੁੱਧੀ ਅਤੇ ਅੰਤਸ਼ਕਰਨ ਵਿੱਚ ਧਸਦਾ ਵਸਦਾ ਰਸਦਾ ਹੋਇਆ ਅੱਖਰਹੀਣ ਹੋ ਜਾਂਦਾ ਹੈ।
ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰਾਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਅਥਵਾ ਗੱਜਦਾ ਹੈ। ਇਹ ਅੱਖਰ ਖਿਰ ਜਾएंगे ओए अक्षर इनमें ना है। जहां बोलते अक्षर आवा जै अबोलते मन न रहावा। बोल अबोल मद है सोई जस ओ है तस लखे न कोई। उदाहरण दे तौर ते प्यार अखर से खिच दी भावना दा अखरी प्रतीक है। एक खिच अथवा प्यार भावना दी होंद इस प्यार अखर उत्ते निर्भर नहीं है। अखरां तो बगैर भी प्यार दा प्रगटावा हो सकता है ते प्रेम स्वैपना दा रंग रस माणिया जा सकता है। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਅਤੇ ਬਿਨਸਨਹਾਰ ਹਨ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਵਿੱਚ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਹੀ ਅਸਲੀ ਵਸਤੂ ਅਥਵਾ ਪ੍ਰੇਮ ਪਦਾਰਥ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਅਤੇ ਇਸ ਨੂੰ ਮਾਨਣਾ ਹੀ ਪਿਆਰ ਦੀ ਗੁਪਤ ਬੋਲੀ ਹੈ, ਚੁੱਪ ਪ੍ਰੀਤ ਹੈ, ਜੋ ਅਨੁਭਵੀ ਸੁਰਤ ਦੁਆਰਾ ਹੀ ਜਾਣੀ ਬੁੱਝੀ ਤੇ ਮਾਣੀ ਜਾ ਸਕਦੀ ਹੈ। ਇਸੇ ਤਰ੍ਹਾਂ ਬਾਣੀ ਸ਼ਬਦ अपनी असली सूक्ष्म रूप प्रेम भावना या चुप प्रीत द्वारा प्रकाशित प्रगट होता है अथवा गजदा है। ध्यान देना जी, जिमें प्यार अखर दे पिछे वो जिहड़ी खिच है प्रेम स्वैपना है वो असली चीज़ है। इसे तरह वाहिगुरु गुरमंत्र दे पिछे जिहड़ा असली सूक्ष्म प्रेम भावना या चुप प्रीत या जिसनों नाम क्या है जदों वो प्रगट होता है वो असली है। सो शब्द की कमाई जां सिमरन का यह मुढ़ला साधन जिहड़ा एकाग्रता सहित अटुट जपना है, ये साडे शरीर मन ते बुद्धि ताईं सीमित है। इस तो अगे शब्द सुरत की अंतरात्मे खेल होरवें है, जो पढ़न पढ़ावन तो उत्ते है, समझण समझावन तो बाहर है, बुद्धि की पकड़ तो परे है, तिन्हां गुणां तो बाहर है। ये बारमुखी धर्मां तो भी न्यारी है ते फिलासफी दे वाद विवाद तो भी उपर है। जदों शब्द अथवा गुरमंत्र की कमाई अथवा सिमरन करके मन का रुख अंतर्मुखी हो जाए तो यह उन्मन हो जाता है। इस उन्मन उत्ते अंतर आत्मा का अक्स पैंदा है, या इउं कहो कि आत्म प्रकाश का लिशकारा पैंदा है अथवा नाम की छो प्राप्त होती है। इस आत्मक अक्स या छो की पारस कला अथवा नाम विच आकर्षण शक्ति अथवा प्रीत खिच है, ते इस आत्मक प्रीत खिच तो बगैर साडा मन मायकी खिच विचों निकल नहीं सकता अते शब्द सुरत विच लीन नहीं हो सकता। पिछे असीं पढ़िया कि जिहड़ी प्रीत डोरी है ये भी साडे मन नूं शब्द विच लीन करन दा या सुरत नूं शब्द विच लीन करन लई जादू दा काम करदी है। पर यह कदों हरकत में आउंदी है जदों असी रात दिन गुरमंत्र का अभ्यास करते हाँ साडे मन की मैल उतरती जाती है, अंतष्करण निर्मल हो जाता है, अंतर्मुखी हो जाता है मन, तो साडे इस उन मन उत्ते फिर अंतर आत्मा का अक्स पैंदा है या नाम की छो लगती है। उस छो विच प्रीत डोरी है, फिर यानी साडा मन उस प्रीत डोरी नाल बज जाता है, तो यह प्रीत डोरी मायकी खिच विचों साडे मन नूं कट सकती है। सो ये आत्मक प्रीत खिच ही साडी बिरती नूं मायकी मंडल दे परम भुलावे दे जादू विचों खिच के कट सकती है। इस तरह फिर सुरत दी तार अंतरात्मा वल खिचींदी जाती है। तोरी न टूटै छोरी न छूटै ऐसी मादो खिंचतनी। सो आत्मक प्रेत डोरी दी खिच खा के प्रेम स्वैपना विच विस्माद होना ही शब्द सुरत विच लिवलीन होना है। पहली अवस्था विच जद साडा मन एकागर होके शब्द अथवा गुरमंत्र दी कमाई अथवा सिमरन करदा है तो इस करतब नूं ध्यान किया जाता है। ते जद साडे मन का रुख बदल के अंतर्मुखी हो जाए ते आत्मा नूं परसदा अथवा छोंदा है तो नाम की प्रीत डोरी नाल साडा मन आत्मा दीआं डूंघियाइयां विच खिचिंदा जाता है, तां साडा ध्यान बदल के सूक्ष्म अनुभवी सुरत बन जाता है। इस तरह जद सुरत शब्द अथवा नाम के महारस विच खुब जावे अथवा लीन हो जावे तो उसनूं शब्द सुरत लिव किया गया है। सुरत शब्द रिद अंतर जागी अम्यो झोल झोल पीजा है। शब्द सुरत लिव पिरम रस अकथ कहानी कथी न जाए। पर इत्थे एक सवाल पैदा होता है कि हुण भी तो प्रीत डोरी साडे अंतरात्मे है, हुण क्यों नहीं साडे सुरत नूं आत्मा दी डूंघियाइयां वल खिचदी, ते गुरमंत्र तो बाद क्यों खिचदी है?
ਇਸ ਨੂੰ ਸਮਝਣ ਲਈ ਇੱਕ ਉਦਾਹਰਣ, ਜੇਕਰ ਲੋਹੇ ਦੀਆਂ ਸੂਈਆਂ ਦੇ ਉੱਤੇ ਕੋਈ ਚੁੰਬਕ ਫੇਰੀ ਜਾਈਏ ਤਾਂ ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚਿੰਬੜ ਪਵੇਗੀ, ਕੋਈ ਸੂਈ ਲਟਕਣ ਲੱਗ ਜਾਵੇਗੀ, ਕੋਈ ਸੂਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਸੂਈ ਪਈ ਹੋਈ ਹਿਲੇਗੀ, ਕੋਈ ਸੂਈ ਹਿਲਦੀ ਨਹੀਂ। ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ-ਅੱਡ ਅਸਰ ਹੁੰਦਾ ਹੈ, ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜ਼ੰਗ ਲੱਗਿਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸੂਈਆਂ ਆਪਣੇ ਜ਼ੰਗ ਅਥਵਾ ਮੈਲ ਅਨਸਾਰੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬਕ ਨੂੰ ਆ ਚਿਮੜਦੀ ਹੈ, ਤੇ ਜਿਸ ਸੂਈ ਨੂੰ ਥੋੜਾ ਜ਼ੰਗ ਲੱਗਿਆ ਹੁੰਦਾ ਹੈ ਉਹ ਉੱਥੇ ਹੀ ਹਿਲਦੀ ਉੱਠ ਨਹੀਂ ਸਕਦੀ। ਪਰ ਜਿਹੜੀ ਸੂਈ ਜ਼ੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ ਤੇ ਟਸ ਤੋਂ ਮਸ ਨਹੀਂ ਹੁੰਦੀ। ਇਸ ਵਿੱਚ ਚੁੰਬਕ ਦੀ ਕੋਈ ਖਾਮੀ ਨਹੀਂ, ਬਲਕਿ ਜ਼ੰਗ ਦਾ ਹੀ ਨੁਕਸ ਹੈ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ। ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇਕਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨਸਾਰੀ ਜੀਵ ਆਤਮਕ ਖਿੱਚ ਖਾਂਦਾ ਹੈ। ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਤ ਹੈ ਅਥਵਾ ਰੱਬ ਤੋਂ ਬੇਮੁਖ ਹੈ, ਤਦ ਤਾਈਂ ਸਾਡੀ ਸੁਰਤੀ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਜਾਂ ਯਕੀਨ ਹੀ ਨਹੀਂ ਹੁੰਦਾ। ਹਾਂਜੀ, ਇਸ ਹਾਲਤ ਵਿੱਚ ਕਿਵੇਂ ਪ੍ਰੀਤ ਡੋਰੀ ਨਾਲ ਛੋ ਸਕਦਾ ਹੈ ਤੇ ਖਿੱਚ ਖਾ ਸਕਦਾ ਹੈ? ਨਹੀਂ ਖਾ ਸਕਦਾ, ਮਨੂਰ ਹੈ। ਪਰ ਜਿਵੇਂ ਪਿੱਛੇ ਪੜ੍ਹੇ ਇਕਾਗਰਤਾ ਸਹਿ, ਜਿਉਂ-ਜਿਉਂ ਗੁਰਮੰਤਰ ਦਾ ਅਸੀਂ ਅਭਿਆਸ ਕਰਦੇ ਹਾਂ ਮਨ ਦੀ ਮੈਲ ਉਤਰਦੀ ਹੈ। ਇਕਾਗਰ ਜਦੋਂ ਹੋ ਜਾਂਦਾ ਹੈ ਮਨ, ਅੰਤਿਸ਼ਕਰਨ ਨਿਰਮਲ ਹੁੰਦਾ ਹੈ, ਇਹ ਉਨਮਨ ਹੋ ਜਾਂਦਾ ਹੈ। ਇਸ ਹਾਲਤ ਵਿੱਚ ਪ੍ਰੀਤ ਡੋਰੀ ਨਾਲ ਬਚ ਕੇ ਖਿੱਚ ਖਾਂਦਾ ਹੈ। ਜਿਵੇਂ ਕਿ ਚੁੰਬਕ ਦੀ ਖਿੱਚ ਸਿਰਫ ਸਾਫ਼ ਸੂਈਆਂ ਖਾ ਸਕਦੀਆਂ ਹਨ, ਜਿਹੜੀ ਜ਼ੰਗ ਵਾਲੀ ਸੂਈ ਹੈ ਉਹ ਨਹੀਂ ਖਾਂਦੀ ਖਿੱਚ। ਸੋ ਜਿਉਂ-ਜਿਉਂ ਫਿਰ ਸੁਰਤ ਅੰਤਰਾਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਫਿਰ ਸਾਡੀ ਸੁਰਤ ਆਤਮਾ ਦੀ ਡੂੰਘਾਈਆਂ ਵਿੱਚ ਖਿਚੀਂਦੀ ਜਾਂਦੀ ਹੈ, ਤੇ ਜਿਉਂ-ਜਿਉਂ ਖਿਚੀਂਦੀ ਹੈ ਸੁਰਤ ਅੰਤਰਾਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ ਤੇ ਉਸ ਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ, ਪਤਾ ਨਹੀਂ ਚੱਲਦਾ ਕੀ ਖਾ ਰਿਹਾ, ਕੀ ਪੀ ਰਿਹਾ, ਕੀ ਕਰ ਰਿਹਾ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਹੀ ਜੀਵ ਦਾ ਸਤਿਗੁਰ ਦੇ ਘਰ ਨਵਾਂ ਜਨਮ ਹੁੰਦਾ ਹੈ। ਫਿਰ ਜੀਵ ਦਾ ਸੰਸਾਰਕ ਆਵਾਗਮਨ ਮਿਟ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੈ ਵਾਲੀ ਅਵਸਥਾ ਹੁੰਦੀ ਹੈ ਅਤੇ ਗੁਰਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਹੁੰਦਾ ਹੈ ਅਤੇ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸ਼ਬਦ ਮਰੈ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਸ਼ਬਦ ਮਰੈ ਤਿਸ ਨਿਜ ਘਰ ਵਾਸਾ, ਆਵੈ ਨਾ ਜਾਵੈ ਚੂਕੈ ਆਸਾ। ਸ਼ਬਦ ਮਰੈ ਤਾਂ ਸਭ ਕੁਝ ਸੂਝੈ, ਅਨਦਿਨ ਏਕੋ ਜਾਣੇ। ਸ਼ਬਦ ਮਰੈ ਫਿਰ ਜੀਵੋ ਸਦ ਹੀ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਸੋ ਉੱਪਰਲੀ ਵਿਚਾਰ ਨੂੰ ਸੰਖੇਪ ਤੌਰ ਤੇ ਇਉਂ ਦਰਸਾਇਆ ਜਾ ਸਕਦਾ ਹੈ। ਸਾਰੇ ਨੁਕਤਿਆਂ ਨੂੰ ਦੁਬਾਰਾ ਦੁਹਰਾਇਆ ਗਿਆ, ਬੜੇ ਜ਼ਰੂਰੀ ਹਨ। ਪਹਿਲਾਂ ਤਾਂ ਇਹ ਕਿ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿਹਨਾਂ ਦੀ ਸੰਗਤ ਤੋਂ? ਗੁਰਮੁਖ ਪਿਆਰਿਆਂ ਦੀ ਸੰਗਤ, ਕਿਉਂਕਿ ਉੱਥੇ ਜਾ ਕੇ ਸਾਨੂੰ ਪਤਾ ਚੱਲਦਾ ਹੈ ਸਾਡਾ ਜੀਵਨ ਮਨੋਰਥ ਕੀ ਹੈ, ਸਾਡਾ ਇਸ ਜਨਮ ਦਾ ਪ੍ਰਯੋਜਨ ਕੀ ਹੈ। ਸੋ ਜਦੋਂ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਈ, ਸਮਝ ਲਓ ਪਰਮਾਰਥ ਆਰੰਭ ਹੋ ਗਿਆ। ਦੂਸਰਾ, ਅਧਿਆਤਮਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਧਿਆਨ ਦੇਣਾ ਜੀ, ਜੇ ਸੰਗਤ ਨਸੀਬ ਹੋ ਗਈ ਤੇ ਰੂਟੀਨ ਵਾਈਜ਼ ਅਸੀਂ ਸੰਗਤ ਕਰਦੇ ਰਹੇ, ਇਸ ਨਾਲ ਅਧਿਆਤਮਕ ਜੀਵਨ ਨਹੀਂ ਮਿਲਦਾ। ਅਧਿਆਤਮਕ ਜੀਵਨ ਉਦੋਂ ਸ਼ੁਰੂ ਹੋਏਗਾ ਜਦੋਂ ਅਸੀਂ ਅਟੁੱਟ ਸਿਮਰਨ ਯਾਨੀ ਸਵਾਸ ਸਿਮਰਨ ਦੀ ਆਦਤ ਪਾਵਾਂਗੇ। ਅਟੁੱਟ ਦਾ ਮਤਲਬ ਇੱਕ ਵਾਰੀ ਲੜੀ ਚੱਲੇ ਫਿਰ ਟੁੱਟੇ ਨਾ। ਸੋ ਜਦੋਂ ਸਵਾਸ ਸਿਮਰਨ ਦੀ ਆਦਤ ਪਾਈ ਤਾਂ ਅਧਿਆਤਮਕ ਜੀਵਨ ਸ਼ੁਰੂ ਹੋਵੇਗਾ। ਪਰਮਾਰਥ ਸਾਧ ਸੰਗਤ ਤੋਂ ਤੇ ਅਧਿਆਤਮਕ ਜੀਵਨ ਸਵਾਸ ਸਿਮਰਨ ਦੀ ਆਦਤ ਪਾਉਣ ਤੋਂ ਬਾਅਦ ਸ਼ੁਰੂ ਹੋਵੇਗਾ। ਤੀਸਰੀ ਗੱਲ, ਜਿਉਂ-ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ,
ਤਿਉਂ-ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਹੁਣ ਜੇ ਸਿਮਰਨ ਦੀ ਆਦਤ ਪਾ ਦਿੱਤੀ, ਸਵਾਸ ਜਪਣ ਦੀ, ਅਧਿਆਤਮਕ ਜੀਵਨ ਤਾਂ ਸ਼ੁਰੂ ਹੋ ਗਿਆ, ਪਰ ਇਹ ਅਧਿਆਤਮਕ ਜੀਵਨ ਪ੍ਰਫੁੱਲਤ ਤਾਂ ਹੋਵੇਗਾ, ਸਫਲਤਾ ਤਾਂ ਮਿਲੇਗੀ ਜੇ ਪਿੱਛੇ ਦੱਸੀ ਵਿਧੀ ਅਨੁਸਾਰ ਅਸੀਂ ਜਪਾਂਗੇ, ਮਨ ਨੂੰ ਦੁਨਿਆਵੀ ਖਿਆਲਾਂ ਵੱਲ ਮੋੜ ਕੇ ਸਿਰਫ ਸੁਰਤੀ ਗੁਰਮੰਤਰ ਤੇ ਇਕਾਗਰ ਕਰਾਂਗੇ। ਤੇ ਜਿਉਂ-ਜਿਉਂ ਸੁਰਤੀ ਨੂੰ ਇਕਾਗਰ ਕਰਦਿਆਂ ਅਸੀਂ ਪਿੱਛੇ ਪੜ੍ਹਿਆ ਕਿ ਗੁਰਮੰਤਰ ਦੇ ਅੱਖਰ ਖਿਰ ਜਾਂਦੇ ਹਨ, ਭਾਵ ਇਸ ਦੇ ਪਿੱਛੇ ਜਿਹੜੀ ਅਸਲੀ ਚੀਜ਼ ਹੈ, ਗੁਪਤ ਵਸਤੂ ਨਾਮ, ਉਹ ਪ੍ਰਗਟ ਹੋ ਜਾਂਦਾ ਹੈ। ਤੇ ਜੇ ਅਸੀਂ ਸਵਾਸ ਆਦਤ ਵੀ ਪਾ ਲਈ ਤੇ ਬੇਧਿਆਨੇ ਖਿੰਡੀਆਂ ਬਿਰਤੀਆਂ ਨਾਲ ਜਪਦੇ ਰਹੇ, ਤਾਂ ਫਿਰ ਬਚਪਨ ਤੋਂ ਲੈ ਕੇ ਅਸੀਂ ਬੁਢੇਪੇ ਤੱਕ ਵੀ ਜਪਦੇ ਰਵਾਂਗੇ, ਸਿਰਫ ਸਾਡੇ ਕੋਲੋਂ 4 ਅੱਖਰ ਹੀ ਰਹਿਣਗੇ, ਉਸ ਦੇ ਪਿੱਛੇ ਜਿਹੜੀ ਅਸਲੀ ਗੁਪਤ ਵਸਤੂ ਹੈ ਉਹ ਸਾਨੂੰ ਨਸੀਬ ਨਹੀਂ ਹੋਏਗੀ। ਸੋ ਤੀਸਰੀ ਜਿਹੜੀ ਜ਼ਰੂਰੀ ਗੱਲ ਹੈ, ਧਿਆਨ ਇਕਾਗਰਤਾ ਨਾਲ ਸਿਮਰਨ ਕਰਨਾ। ਤੇ ਜਿਉਂ-ਜਿਉਂ ਇਕਾਗਰਤਾ ਤੇ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ, ਤਿਉਂ-ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਫਿਰ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਫਿਰ ਭਾਵਨਾ ਵਾਲੇ ਉਨ ਮਨ ਉਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਿਕ ਛੋਹ ਅਥਵਾ ਪਾਰਸ ਕਲਾ ਵਰਤਦੀ ਹੈ। ਆਤਮਿਕ ਛੋਹ ਦੁਆਰਾ ਰੂਹ ਨੂੰ ਅੰਤਰਾਤਮਿਕ ਖਿੱਚ ਪੈਂਦੀ ਹੈ। ਇਸ ਆਤਮਿਕ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ ਤੇ ਸੁਰਤੀ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ ਸੁਰਤ ਤੋਂ ਚੇਲਾ। ਫਿਰ ਸ਼ਬਦ ਅਥਵਾ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰਾਤਮਾ ਵੱਲ ਆਪਣੇ ਆਪ ਖਿੱਚੀਂਦੀ ਜਾਂਦੀ ਹੈ। ਇਸ ਗੁਪਤ ਪ੍ਰੇਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਅਨੁਭਵ ਦੁਆਰਾ ਬੁੱਝ ਤੇ ਮਾਣ ਸਕਦੇ ਹਾਂ। ਅਸੀਂ ਵੀ ਮਾਣ ਸਕਦੇ ਹਾਂ ਜੇ ਸ਼ੁਰੂ ਕਰੀਏ, ਪ੍ਰੈਕਟੀਕਲ ਕਰੀਏ। ਸ਼ੁਰੂਆਤ ਕਿਵੇਂ ਹੁੰਦੀ ਹੈ, ਫਿਰ ਦੁਹਰਾ ਦਈਏ, ਇਕਾਗਰਤਾ ਸਹਿਤ ਸਵਾਸ ਸਿਮਰਨ ਦੀ ਆਦਤ ਪਾਉਣ ਨਾਲ। ਸੋ ਇਸੇ ਲਈ ਲਿਖਿਆ ਹੈ ਕਿ ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿਤ ਦੇ ਕੰਮਾਂ ਕਾਜਾਂ ਵਿੱਚ ਨਾਲ ਰੱਖੋ। ਭਾਵ ਕੰਮਕਾਰ ਕਰਦਿਆਂ, ਤੁਰਦੇ ਫਿਰਦੇ ਜਪੋ ਅਤੇ ਆਪਣੇ ਜੀਵਨ ਵਿੱਚ ਇਸ ਗੁਰਮੰਤਰ ਨੂੰ ਢਾਲ ਲਓ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ ਤੇ ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਣ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਧਸ ਵਸ ਰਸ ਜਾਵੇ ਤੇ ਤੁਹਾਡੇ ਅਨੁਭਵ ਸੁਣਨ ਲੱਗ ਜਾਵੇ। ਤੁਹਾਡਾ ਆਪਾ ਜਾਂ ਹੋਂਦ ਹੀ ਇਸ ਮੰਤਰ ਵਿੱਚ ਸਮਾ ਜਾਵੇ ਅਥਵਾ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਹੋ ਜਾਵੋ। कबीर तू करता तू हुआ, मुझ में रहा ना हूं, जब आपा पर का मिट गया, जद देखो तद तू। पर ਜਦੋਂ ਅਧਿਆਤਮਕ ਜੀਵਨ ਦੀ ਸ਼ੁਰੂਆਤ ਹੋ ਗਈ ਸਿਮਰਨ ਦੁਆਰਾ, ਇਸ ਵਿੱਚ ਜਿਹੜੇ ਭੁਲੇਖੇ ਪੈਂਦੇ ਹਨ, ਇਹਨਾਂ ਦਾ ਨਿਰਣਾ ਅੱਗੇ ਕੀਤਾ ਗਿਆ ਹੈ। ਪਰਮਾਰਥ ਦੇ ਰਾਹ ਤੇ ਚੱਲਣ ਵਾਲਿਆਂ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ, ਭੁਲੇਖੇ, ਉਤਰਾਈਆਂ ਚੜਾਈਆਂ, ਔਕੜਾਂ ਤੇ ਮੁਖਾਲਫਤਾਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ। ਇਸ ਲਈ ਉਸਦੇ ਦੁਨਿਆਵੀ ਤੇ ਧਾਰਮਿਕ ਖਿਆਲ, ਨਿਸ਼ਚੇ, ਕਰਮ, ਧਰਮ ਜੀਵਨ ਸੇ ਜੀਵਨ ਇੱਕ ਪੱਖੀ, ਅਧੂਰਾ, ਸੀਮਤ ਤੇ ਗਲਤ ਹੋ ਸਕਦਾ ਹੈ। ਅਧਿਆਤਮਕਤਾ ਤਾਂ ਅਤ ਸੂਖਮ ਆਤਮ ਮੰਡਲ ਦੀ ਨਿਰਾਲੀ ਪਰਮ ਖੇਲ ਹੈ ਜੋ ਬੁੱਧੀ ਦੀ ਸਮਝ ਦੀ ਪਕੜ ਤੋਂ ਪਰੇ ਹੈ। ਅਧਿਆਤਮਕ ਅਵਸਥਾ ਦੀ ਬਿਸਮਾਦੀ ਪਰਮ ਖੇਲ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ, ਸੀਜਿਆ, ਪਹਿਚਾਨਿਆ ਤੇ ਮਾਣਿਆ ਜਾ ਸਕਦਾ ਹੈ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖਵਾਦ ਵਿਵਾਦ, ਰਾਮਰੋਲੇ ਤੇ ਝਗੜੇ ਆਉਂਦੇ ਰਹਿੰਦੇ ਹਨ। ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਕਪਨ ਦੀ ਪੂਰਨਤਾ ਸਮਝ ਲੈਂਦੇ ਹਨ ਤੇ ਅਜਾਈਂ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸੇ ਕਾਰਨ ਇਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ, ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰਦੇ ਜਾਂਦੇ ਹਨ ਤੇ ਮਾਇਕੀ ਰਸਾਤਲ ਵਿੱਚ ਮੁੜ ਫਸ ਜਾਂਦੇ ਹਨ। ਸੋ ਪਹਿਲਾ ਭੁਲੇਖਾ ਕਿ ਕੁਝ ਬੁੱਧੀ ਤੀਖਣ ਹੋ ਜਾਂਦੀ ਹੈ ਤੇ ਕਈ ਜਗਿਆਸੂ ਇਸੇ ਬੁੱਧੀ ਦੀ ਤੀਖਣਤਾ ਵਿੱਚ ਸੰਤੁਸ਼ਟ ਹੋ ਜਾਂਦੇ ਹਨ, ਅਭਿਆਸ ਨਹੀਂ ਕਰਦੇ। ਉਸ ਨਾਲ ਕੀ ਹੁੰਦਾ ਹੈ, ਜਾਂ ਹੀ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ, ਭਾਵੇਂ ਅਨੁਭਵੀ ਗਿਆਨ ਤਾਂ ਹੁੰਦਾ ਨਹੀਂ। ਸੋ ਇਹ ਇਸ ਹਾਲਤ ਵਿੱਚ ਜਦੋਂ ਇਸੇ ਨੂੰ ਪੂਰਨਤਾ ਸਮਝ ਲੈਂਦੇ ਹਨ, ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ, ਫਿਰ ਇਹਨਾਂ ਦਾ ਜਿਹੜੀ ਆਤਮਿਕ ਤਰੱਕੀ ਹੈ ਰੁਕ ਜਾਂਦੀ ਹੈ। ਉਹ ਧਰਮ ਤੋਂ ਨਿਗਰਦੇ ਜਾਂਦੇ ਹਨ ਤੇ ਰਸਾਤਲ ਵੱਲ ਮੁੜ ਪੈਂਦੇ ਹਨ। ਪਹਿਲਾਂ ਨਾਲੋਂ ਵੀ ਜੀਵਨ ਹੋਰ ਨੀਵਾਂ ਹੋ ਜਾਂਦਾ ਹੈ। ਪਰ ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ
ਉਹਨਾਂ ਦਾ ਧਾਰਮਿਕ ਅਭਿਮਾਨ ਵੱਧਦਾ ਜਾਂਦਾ ਹੈ, ਪਰ ਉਹ ਖੁਦ ਇਸ ਤੋਂ ਅਣਜਾਣ, ਬੇਖਬਰ ਤੇ ਬੇਪਰਵਾਹ ਹੁੰਦੇ ਹਨ। ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਤੇ ਆਤਮਿਕ ਮੰਡਲ ਦੀ ਅਨੁਭਵੀ ਪ੍ਰੇਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ, ਤਾਂ ਕਿ ਅਭਿਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ, ਪਹਿਚਾਨ ਅਤੇ ਨਿਰਣਾ ਕਰ ਸਕਣ। ਸੋ ਹੇਠਲੇ ਬਿਓਰੇ ਦੁਆਰਾ ਇਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾਂਦਾ ਹੈ, ਕਿਉਂਕਿ ਜਿਸ ਆਦਮੀ ਨੇ ਆਪਣੀ ਧਾਰਮਿਕ ਅਵਸਥਾ ਨੂੰ ਅਧਿਆਤਮਿਕ ਜੀਵਨ ਸਮਝ ਲਿਆ, ਫਿਰ ਉਹ ਹੋਰ ਕਿੱਥੇ ਉਦਮ ਕਰੇਗਾ, ਰੁਕ ਜਾਂਦੀ ਉਸ ਦੀ ਤਰੱਕੀ। ਸੋ ਇਸੇ ਕਰਕੇ ਗੁਰਮੁਖ ਪਿਆਰਿਆਂ ਨੇ ਇੱਥੇ ਇੱਕ ਬਿਓਰਾ ਦਿੱਤਾ ਹੈ। ਇੱਕ ਪਾਸੇ ਧਾਰਮਿਕ ਅਵਸਥਾ ਦੀਆਂ ਨਿਸ਼ਾਨੀਆਂ ਦੱਸੀਆਂ ਹਨ, ਇੱਕ ਪਾਸੇ ਅਧਿਆਤਮਿਕ ਅਵਸਥਾ ਦੀਆਂ। ਅਸੀਂ ਨਿਰਣਾ ਕਰ ਸਕਦੇ ਹਾਂ ਕਿ ਅਸੀਂ ਕਿਹੜੀ ਅਵਸਥਾ ਵਿੱਚ ਵਿਚਰਦੇ ਹਾਂ, ਫਿਰ ਆਪਣੇ ਜੀਵਨ ਨੂੰ ਇਸ ਨਿਰਣੇ ਤੋਂ ਅਗਲੇਰੀ ਸੇਧ ਦੇ ਸਕਦੇ ਹਾਂ। ਸੋ ਧਾਰਮਿਕ ਅਵਸਥਾ ਵੀ ਧਾਰਮਿਕ ਸਾਧਨ ਹਨ, ਜਿਹੜੇ ਗਿਆਨ ਤੇ ਕਰਮ ਇੰਦਰੀਆਂ ਦੁਆਰਾ, ਜਿਵੇਂ ਅਸੀਂ ਹੱਥਾਂ ਨਾਲ ਕਰਦੇ ਹਾਂ ਜਾਂ ਪੈਰਾਂ ਨਾਲ ਸਤਸੰਗ ਜਾਂਦੇ ਹਾਂ, ਇਹ ਧਾਰਮਿਕ ਸਾਧਨ ਬਾਹਰ ਸਰੀਰ ਨਾਲ ਜਿਹੜੇ ਹੋ ਸਕਦੇ ਹਨ। ਤੇ ਅਧਿਆਤਮਿਕ ਅਵਸਥਾ ਇਹ ਆਤਮਿਕ ਖੇਲ ਹੈ, ਸੁਰਤ ਦਾ ਵਿਸ਼ਾ ਹੈ। ਧਾਰਮਿਕ ਅਵਸਥਾ ਇਹ ਹਉਮੈ ਦੇ ਦਾਇਰੇ ਵਿੱਚ ਹੈ, ਤੇ ਅਧਿਆਤਮਿਕ ਅਵਸਥਾ ਇਹ ਗੁਰੂ ਦੀ ਬਖਸ਼ਿਸ਼ ਹੈ। ਧਾਰਮਿਕ ਅਵਸਥਾ ਉਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ। ਚਿੱਤ ਨਹੀਂ ਕਰਦਾ ਸਿਮਰਨ ਨੂੰ, ਤੇ ਜੇ ਉਦਮ ਕਰਕੇ ਸਿਮਰਨ ਕਰਦੇ ਹਾਂ ਜਾਂ ਹੱਠ ਕਰਕੇ ਸਿਮਰਨ ਕਰਦੇ ਹਾਂ, ਸਮਝ ਲਵੋ ਜੇ ਧਾਰਮਿਕ ਅਵਸਥਾ ਹੈ। ਤੇ ਅਧਿਆਤਮਿਕ ਅਵਸਥਾ ਵਿੱਚ ਆਪ ਮੁਹਾਰੇ ਸਿਮਰਨ ਚੱਲਦਾ ਹੈ। ਧਾਰਮਿਕ ਅਵਸਥਾ ਵਿੱਚ ਮਨ ਮੱਲੋ ਮੱਲੀ ਬਾਹਰ ਭੱਜਦਾ ਹੈ, ਉਦਮ ਕਰ ਕਰਕੇ ਇਸ ਨੂੰ ਅੰਦਰ ਵੱਲ ਮੋੜਨਾ ਪੈਂਦਾ ਹੈ। ਪਰ ਅਧਿਆਤਮਿਕ ਅਵਸਥਾ ਵਿੱਚ ਸੁਰਤੀ ਸਹਿਜ ਸੁਭਾਏ ਆਪਣੇ ਆਪ ਅੰਤਰਾਤਮਾ ਵੱਲ ਖਿਚੀਂਦੀ ਜਾਂਦੀ ਹੈ। ਧਾਰਮਿਕ ਅਵਸਥਾ ਰੁੱਖਾ, ਸੁੱਕਾ, ਫੋਕਾ, ਤਰਲਾ ਅਥਵਾ ਅਲੂਣੀ ਸਿਲ ਚਟਣੀ ਹੈ। ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਰ ਕੋਈ ਆਤਮਿਕ ਰਸ ਨਹੀਂ। ਪਰ ਅਧਿਆਤਮਿਕ ਅਵਸਥਾ ਵਿੱਚ ਗੁਰੂ ਸਾਕੀ ਹੋ ਕੇ ਪ੍ਰੇਮ ਪਿਆਲਾ ਪਿਲਾਉਂਦਾ ਹੈ। ਧਾਰਮਿਕ ਅਵਸਥਾ ਇਹ ਬਾਹਰਮੁਖੀ ਧਰਮ ਹੈ ਤੇ ਭਰਮ ਭੁਲਾਵੇ ਦਾ ਹਨੇਰ ਹੈ। ਇੱਥੇ ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ। ਪਰ ਅਧਿਆਤਮਿਕ ਅਵਸਥਾ ਇਹ ਆਤਮਿਕ ਮੰਡਲ ਦੀ ਖੇਲ ਨਿਰਾਲੀ ਹੈ, ਇਹ ਆਤਮਿਕ ਪ੍ਰਕਾਸ਼ ਹੈ। ਤੇ ਇੱਥੇ ਇਸ ਤਰ੍ਹਾਂ ਨਹੀਂ ਕਦੀ ਉੱਤੇ ਕਦੀ ਥੱਲੇ ਮਨ ਦੀ ਹਾਲਤ ਨਹੀਂ ਰਹਿੰਦੀ। ਇਹ ਤਾਂ ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਣਾਵ ਅਥਵਾ ਸਹਿਜ ਦੀ ਮੋਜ ਹੈ। ਧਾਰਮਿਕ ਅਵਸਥਾ ਵਿੱਚ ਕਰਮ ਧਰਮ ਹੈ। ਸੋ ਇਹ ਜਨਮ ਮਰਨ ਵਿੱਚ ਹੈ। ਭਾਵੇਂ ਅਸੀਂ ਧਾਰਮਿਕ ਸਾਧਨਾ ਕਰਦੇ ਵੀ ਹਾਂ, ਇਹ ਅਵਸਥਾ ਜਨਮ ਮਰਨ ਵਿੱਚ ਹੈ, ਆਵਾਗਮਨ ਦੇ ਗੇੜ ਤੋਂ ਬਾਹਰ ਨਹੀਂ ਕਰ ਸਕਦੀ। ਪਰ ਅਧਿਆਤਮਿਕ ਅਵਸਥਾ ਇਹ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ ਹਨ, ਤੇ ਇੱਥੇ ਸਦੀਵੀ ਨਵਾਂ ਜੀਵਨ ਹੈ। ਕਿਉਂਕਿ ਅਸੀਂ ਪਿੱਛੇ ਪੜ੍ਹਿਆ, ਜਦੋਂ ਗੁਰਮੰਤਰ ਦਾ ਅਸੀਂ ਅਭਿਆਸ ਕਰਕੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਦੇ ਹਾਂ, ਤਾਂ ਸਾਡਾ ਆਵਾਗਮਨ ਖਤਮ ਹੁੰਦਾ ਹੈ। ਧਾਰਮਿਕ ਅਵਸਥਾ ਇਹ ਪਰਮਾਰਥਕ ਪੰਧ ਹੈ, ਮਾਨਸਿਕ ਧਿਆਨ ਹੈ, ਇਹ ਬਾਹਰਮੁਖੀ ਮਾਨਸਿਕ ਕਿਰਿਆ ਹੈ। ਪਰ ਅਧਿਆਤਮਿਕ ਅਵਸਥਾ ਇਹ ਆਤਮਿਕ ਮੰਜ਼ਲ ਹੈ, ਅੰਤਰਾਤਮੇ ਸੁਰਤ ਹੈ ਤੇ ਅੰਤਰਮੁਖੀ ਬਿਸਮਾਦੀ ਖੇਲ ਹੈ। ਧਾਰਮਿਕ ਅਵਸਥਾ ਵਿੱਚ ਦੁੱਖ ਸੁੱਖ ਵੀ ਹੈ, ਦੁੱਖ ਵੀ ਵਿਆਪਦਾ ਹੈ, ਸੁੱਖ ਵੀ। ਇੱਥੇ ਦੂਜਾ ਭਾਵ ਹੈ, ਇਹ ਮੈਂ, ਇਹ ਤੂੰ, ਇਹ ਮੇਰਾ ਪੁੱਤਰ, ਇਹ ਫਲਾਣੇ ਦਾ, ਇਹ ਗੁਰਮੁਖ, ਇਹ ਮਨਮੁਖ, ਇਹ ਸ਼ਰਾਬੀ। ਇਸ ਤਰ੍ਹਾਂ ਦੂਜਾ ਭਾਵ ਹੈ, ਵਿਤਕਰਾ ਹੈ। ਪਰ ਅਧਿਆਤਮਿਕ ਅਵਸਥਾ ਇੱਥੇ ਕੋਈ ਦੁੱਖ ਸੁੱਖ ਨਹੀਂ ਵਿਆਪਦਾ, ਸਦੀਵੀ ਆਨੰਦ ਹੈ। ਤੇ ਇੱਥੇ ਤਾਂ ਹਰ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ, ਆਪੇ ਆਪ ਹੈ। ਧਾਰਮਿਕ ਅਵਸਥਾ ਵੀ ਟਹਿੰਦੀਆਂ ਕਲਾਂ ਹੋ ਜਾਂਦੀਆਂ ਹਨ, ਪਰ ਅਧਿਆਤਮਿਕ ਅਵਸਥਾ ਸਦੀਵੀ ਚੜ੍ਹਦੀ ਕਲਾ ਹੈ। ਧਾਰਮਿਕ ਅਵਸਥਾ ਵੀ ਧਾਰਮਿਕ ਅਭਿਮਾਨ ਹੁੰਦਾ ਹੈ। ਇੱਥੇ ਧਾਰਮਿਕ ਤਵੱਸਬ ਤੇ ਨਫ਼ਰਤ ਵੀ ਆਉਂਦੀ ਹੈ। ਜਿਹੜੇ ਸਾਡੇ ਨਿਸ਼ਚੈ ਅਨੁਸਾਰ ਚੱਲਦੇ ਹਨ ਉਹ ਸਾਨੂੰ ਚੰਗੇ ਲੱਗਦੇ ਹਨ, ਜਿਹੜੇ ਸਾਡੇ ਦਾਇਰੇ ਤੋਂ ਬਾਹਰ ਹਨ ਉਹ ਸਾਨੂੰ ਚੰਗੇ ਨਹੀਂ ਲੱਗਦੇ। ਧਾਰਮਿਕ ਤੌਰ ਤੇ ਵੀ ਅਸੀਂ ਤਵੱਸਬ ਨਫ਼ਰਤ ਕਰਦੇ ਹਾਂ। ਪਰ ਅਧਿਆਤਮਿਕ ਅਵਸਥਾ ਉੱਥੇ ਕੋਈ ਅਭਿਮਾਨ ਨਹੀਂ, ਮੁਝ ਮੈਂ ਰਹਾ ਨਾ ਹੂੰ ਹੈ। ਉੱਥੇ ਤਾਂ ਸਗਲ ਸੰਗ ਹਮਕੋ ਬਣਿਆ, ਭਾਵੇਂ ਕੋਈ ਕਿਸੇ ਜ਼ਾਤ ਦਾ, ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਕੋਈ ਪਾਪੀ ਕੇ ਪੁੰਨੀ, ਸਾਰਿਆਂ ਨੂੰ ਇਕਸਾਰ ਪਿਆਰ ਹੈ। धार्मिक अवस्था हम किया हम करेंगे, अध्यात्मक अवस्था ना हम किया ना करेंगे ना कर सके शरीर। दूजा भुलेखा गुरमत वाली शब्द सुरत दी लिव दी सहज समाध जोगियां वाली सुन समाध तो विलक्षण है। जोगियां वाली सुन समाध किसी एक नुकते उत्ते मन दी बिरती नूं इकागर करके शरीर तो बेसुध होना है। इस विच प्रेम स्वैपना दी अंश नहीं होंदी। इसलिए जब जोगी दी समाधि खुलदी है तो वह मुड़ साधारण मनुख ही रहिंदा है। इस तरह सुन समाधि मानसिक बिरती दा तजर्बा या क्रिया ही है।
ਐਸੀ ਸੁਣ ਸਮਾਦ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤੇ ਜੋਗੀ ਇਹਨਾਂ ਨੂੰ ਆਤਮਿਕ ਪ੍ਰਾਪਤੀ ਅਥਵਾ ਮੰਜ਼ਿਲ ਸਮਝ ਕੇ ਇਸ ਵਿੱਚ ਹੀ ਸੰਤੁਸ਼ਟ ਹੋ ਜਾਂਦਾ ਹੈ, ਬਲਕਿ ਭਲਾ ਭਲੇਰਾ ਬਣ ਕੇ ਚੇਲਿਆਂ ਬਾਲਿਆਂ ਤੇ ਠਾਠ ਬਾਠ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਿਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ, ਬੇਖਬਰ, ਬੇਪਰਵਾਹ ਤੇ ਵਾਂਝਾ ਰਹਿੰਦਾ ਹੈ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਿਕ ਮੰਡਲ ਦੀ ਪਿਰਮ ਖੇਲ ਦੀ ਸਹਿਜ ਸਮਾਦ ਹੋਰਵੇਂ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ। ਫਿਰ ਲਿਵਲੀਨ ਹੋਈ ਸੁਰਤ ਉੱਤੇ ਜਦ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗੱਜਦਾ ਹੈ। ਆਨ ਅਨਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਇਸ ਤਰ੍ਹਾਂ ਤ੍ਰੈਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਤੇ ਬਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਟ ਜਾਂਦੀ ਹੈ। ਫਿਰ ਸ਼ਬਦ ਅੰਦਰ ਬਾਹਰ ਸਰਬ ਰਵਰਿਆ ਭਰਪੂਰ ਹੁੰਦਾ ਹੈ। ਇਸ ਨੂੰ ਸਹਿਜ ਸਮਾਜ ਜਾਂ ਸਹਿਜ ਧੁਨ ਕਿਹਾ ਜਾਂਦਾ ਹੈ। ਹਾਂਜੀ, ਨਿਰਾ ਜੇ ਅਭਿਆਸ ਕਰਕੇ ਫੁਰਨੇ ਤੋਂ ਬਾਹਰ ਹੋ ਗਿਆ, ਫੁਰ ਅਵਸਥਾ ਪ੍ਰਾਪਤ ਹੋ ਗਈ, ਕੁਝ ਮਨ ਇਕਾਗਰ ਹੋਇਆ, ਰਿਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਜੋ ਕੁਝ ਬੋਲਿਆ ਸੱਚ ਹੋ ਗਿਆ, ਕਿਸੇ ਦੇ ਦਿਲ ਦੀ ਗੱਲ ਬੁੱਝ ਲਈ, ਇਸ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ। ਜੋਗੀ ਲੋਕ ਇਹਨਾਂ ਵਿੱਚ ਸੰਤੁਸ਼ਟ ਹੋ ਜਾਂਦੇ ਹਨ। ਪਰ ਗੁਰਮਤ ਵਾਲੀ ਸਹਿਜ ਸਮਾਧ ਇਸ ਤੋਂ ਬਹੁਤ ਦੂਰ ਦੀ ਗੱਲ ਹੈ। ਉਹ ਇੱਥੇ ਤੱਕ ਨਹੀਂ, ਉਹ ਤਾਂ ਜਦੋਂ ਸ਼ਬਦ ਵਿੱਚ ਸੁਰਤ ਲਿਵਲੀਨ ਹੋ ਜਾਂਦੀ ਹੈ, ਅੰਦਰ ਬਾਹਰ ਸ਼ਬਦ ਓਤ ਪੋਤ ਰਵ ਰਿਹਾ ਮਹਿਸੂਸ ਹੁੰਦਾ ਹੈ, ਤਾਂ ਇਸ ਨੂੰ ਸਹਿਜ ਸਮਾਧ ਕਿਹਾ ਗਿਆ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਜਗਿਆਸੂ ਦੀ ਮੌਤ ਦੇ ਬਰਾਬਰ ਹੁੰਦਾ ਹੈ। ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇਸ ਉੱਚਮ ਉੱਚੀ ਸੂਚਮ ਸੂਚੀ ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਦੇਖ ਅਚਰਜ ਰਹੇ ਬਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਧ। ਅਨ ਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ। ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਕਰ ਤਾੜੀ ਲਾਈ। ਤੀਸਰਾ ਭੁਲੇਖਾ, ਦੁਨਿਆਵੀ ਨੇਤਰਹੀਣ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ। ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ, ਭੁਲੇਖਿਆਂ ਵਾਲਾ ਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆ ਨਜ਼ਰ ਵਾਲਿਆਂ ਦੀ ਦਿਸਣਹਾਰ ਦੁਨੀਆ ਤੋਂ ਅਡਰੀ, ਵਿਲੱਖਣ ਤੇ ਅਧੂਰੀ ਹੁੰਦੀ ਹੈ। ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ, ਸੋਚਣੀ, ਕਰਮ, ਧਰਮ, ਵਰਤਾਰਾ ਤੇ ਪਰਮਾਰਥ ਵੀ ਉਹਨਾਂ ਦੀ ਪ੍ਰਕਾਸ਼ਹੀਣ ਹਨੇਰੀ, ਅੰਦਰਲੀ ਕਾਲੀ ਬੋਲੀ ਦੁਨੀਆ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਆਧਾਰਿਤ ਹੁੰਦੇ ਹਨ, ਜੋ ਅਧੂਰੇ ਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦਿਵ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਿਕ ਮੰਡਲ ਦੀ ਗੈਬੀ ਅਦ੍ਰਿਸ਼ ਦੁਨੀਆ ਤੋਂ ਅਣਜਾਣ, ਬੇਪਰਵਾਹ, ਅੰਨੇ ਬੋਲੇ, ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ ਝੂਠੀ ਮਾਇਕੀ ਦੁਨੀਆ ਵਿੱਚ ਹੀ ਪਰਵਿਰਤ ਰਹਿੰਦਾ ਹੈ ਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਹਨ ਤੇ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਹੀ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ, ਅੰਧ ਅੰਧਾਰਾ। ਅਗਿਆਨੀ ਅੰਧ ਨਾ ਬੁੱਝਈ, ਸਿਰ ਉੱਪਰ ਜਮ ਖੜਗ ਕਲਖਾ। ਦੂਜੇ ਲਫ਼ਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲਦੀ ਅਤੇ ਆਤਮ ਮੰਡਲ ਦੇ ਸ਼ਬਦ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਿਕ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਿਕ ਤੌਰ ਤੇ ਅੰਧੇ ਹਾਂ ਤੇ ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਾਂ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਹਰ ਇੱਕ ਜੀਵ ਨੇ ਆਪੋ ਆਪਣੇ ਸੰਸਕਾਰਾਂ ਤੇ ਨਿਸ਼ਚਿਆਂ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ, ਆਤਮਿਕ ਮੰਜ਼ਲ ਦੀ ਬਾਬਤ ਕੋਈ ਖਾਸ ਖਿਆਲ, ਕਲਪਨਾ, ਨਿਸ਼ਚਾ, ਸ਼ਰਧਾ ਭਾਵਨੀ ਬਣਾਈ ਹੋਈ ਹੈ। ਇਸੇ ਮਨੋਕਲਪਤ ਸ਼ਰਧਾ ਭਾਵਨੀ ਅਨੁਸਾਰ ਹੀ ਅਸੀਂ ਧਰਮ ਅਥਵਾ ਪਰਮਾਰਥ ਕਮਾਉਂਦੇ ਹਾਂ। ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਾਰਨ ਸਾਡੇ ਮਾਨਸਿਕ ਅਤੇ ਧਾਰਮਿਕ ਖਿਆਲਾਂ ਤੇ ਨਿਸ਼ਚਿਆਂ ਵਿਚਕਾਰ ਭਿੰਨਤਾ ਹੋਣੀ ਲਾਜ਼ਮੀ ਹੈ, ਜਿਸ ਕਾਰਨ ਸਾਡਾ ਆਪਸ ਵਿੱਚ ਧਾਰਮਿਕ ਵਾਦ ਵਿਵਾਦ, ਤਵੱਸਬ, ਵੈਰ ਵਿਰੋਧ, ਨਫ਼ਰਤ ਤੇ ਧਰਮ ਦੇ ਨਾਂ ਉੱਤੇ ਲੜਾਈਆਂ ਤੇ ਜ਼ੁਲਮ ਹੁੰਦੇ ਰਹਿੰਦੇ ਹਨ। ਧਿਆਨ ਦੇਣਾ ਜੀ। ਤੀਸਰੀ ਗੱਲ ਇਹ ਹੈ ਕਿ ਜਦ ਤੱਕ ਅਨੁਭਵੀ ਗਿਆਨ ਨਹੀਂ ਹੁੰਦਾ, ਆਪਣੇ ਆਪ ਨੂੰ ਆਤਮਿਕ ਤੌਰ ਤੇ ਅੰਧੇ ਸਮਝ ਕੇ ਗੁਰੂ ਦੀ ਅਗਵਾਈ ਦੁਆਰਾ ਹੀ ਇਹ ਘਾਲਣਾ ਘਾਲਣੀ ਹੈ। ਪਰ ਜਦੋਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਜਿਹੜੇ ਪਿਛਲੇ ਸੰਸਕਾਰ ਅਸੀਂ ਲੈ ਕੇ ਆਏ ਹਾਂ ਉਹਨਾਂ ਅਨੁਸਾਰ ਅਸੀਂ ਕੋਈ ਕਲਪਨਾ ਬਣਾਈ ਹੋਈ ਹੈ ਗੁਰੂ ਦੀ ਬਾਬਤ, ਅਵਤਾਰਾਂ ਦੀ ਬਾਬਤ, ਮਹਾਂਪੁਰਖਾਂ ਦੀ ਬਾਬਤ, ਪਰਮਾਰਥ ਦੀ ਬਾਬਤ, ਫਿਰ ਉਸ ਦੇ ਆਧਾਰ ਤੇ ਜਦੋਂ ਅਸੀਂ ਪਰਮਾਰਥ ਕਮਾਉਂਦੇ ਹਾਂ, ਆਪਣੇ ਨਿਸ਼ਚਿਆਂ ਨੂੰ ਮੁੱਖ ਰੱਖ ਕੇ, ਉਸ
ਖਿਆਲੀ ਕੋਠੜੀ ਚੋਂ ਬਾਹਰ ਜਦੋਂ ਨਹੀਂ ਨਿਕਲਦੇ ਤਾਂ ਹੁੰਦਾ ਕੀ ਹੈ ਕਿ ਫਿਰ ਸਾਡੇ ਨਿਸ਼ਚੇ ਅਲੱਗ, ਦੂਸਰਿਆਂ ਦੇ ਅਲੱਗ ਹੁੰਦੇ ਹਨ। ਇਸ ਕਾਰਨ ਸਾਡਾ ਇੱਕ ਦੂਜੇ ਨਾਲ ਤਵੱਸਬ ਉਪਜ ਪੈਂਦਾ ਹੈ, ਵੈਰ ਵਿਰੋਧ ਉਪਜ ਪੈਂਦਾ ਹੈ। ਜਿਹੜੇ ਤੇ ਸਾਡੇ ਨਿਸ਼ਚੇ ਅਨੁਸਾਰ ਹੁੰਦੇ ਹਨ ਉਹ ਸਾਨੂੰ ਚੰਗੇ ਲੱਗਦੇ ਹਨ, ਜਿਹੜੇ ਨਿਸ਼ਚੇ ਅਨੁਸਾਰ ਘਾਲਣਾ ਨਹੀਂ ਘਾਲਦੇ ਉਹ ਸਾਨੂੰ ਬੁਰੇ ਲੱਗਣ ਲੱਗ ਪੈਂਦੇ ਹਨ। ਇੱਕ ਤਾਂ ਇਹ ਨੁਕਸਾਨ। ਇੱਕ ਹੋਰ, ਆਪਣੀ ਕਲਪਨਾ ਨੂੰ ਜਦੋਂ ਅਸੀਂ ਮੁੱਖ ਰੱਖ ਕੇ ਪਰਮਾਰਥ ਕਮਾਉਂਦੇ ਹਾਂ ਤਾਂ ਉਸ ਦਾ ਜਿਹੜਾ ਨੁਕਸਾਨ ਹੁੰਦਾ ਹੈ, ਗੁਰਮੁਖ ਪਿਆਰਿਆਂ ਨੇ ਇਸ ਦਾ ਵਿਸਥਾਰ ਭਰਮ ਦੇ ਲੇਖਾਂ ਵਿੱਚ ਕੀਤਾ ਹੈ ਕਿ ਆਪਣੀ ਮਨੋਕਲਪਤ ਦੇ ਆਧਾਰ ਤੇ ਫਿਰ ਸਾਨੂੰ ਤਸਵੀਰਾਂ ਜਾਂ ਕੋਈ ਮਨੋਕਲਪਤ ਪ੍ਰਾਪਤੀਆਂ ਨਜ਼ਰ ਆਉਂਦੀਆਂ ਹਨ ਜਿਸ ਵਿੱਚ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ। ਇਸ ਦਾ ਵਿਸਥਾਰ ਭਰਮ ਦੇ ਲੇਖ ਵਿੱਚ ਹੈ। ਸੋ ਸਾਨੂੰ ਕਰਨਾ ਕੀ ਚਾਹੀਦਾ ਹੈ? ਆਪਣੇ ਆਪ ਨੂੰ ਆਤਮਿਕ ਤੌਰ ਤੇ ਅੰਨੇ ਸਮਝ ਕੇ ਛੋਟੇ ਬੱਚੇ ਵਾਂਗ ਸੰਥਿਆ ਮਹਾਂਪੁਰਖਾਂ ਕੋਲੋਂ ਤੇ ਗੁਰਬਾਣੀ ਦੀ ਅਗਵਾਈ ਤੋਂ ਲੈਣੀ ਚਾਹੀਦੀ ਹੈ ਤੇ ਉਸ ਅਨੁਸਾਰ ਜੀਵਨ ਨੂੰ ਢਾਲਣਾ ਪੈਂਦਾ ਹੈ। ਕਿਉਂਕਿ ਜੇਕਰ ਨੇਤਰਹੀਣ ਅੰਧੇ ਨੂੰ ਨੇਤਰ ਜੋਤ ਪ੍ਰਾਪਤ ਹੋ ਜਾਵੇ ਤਾਂ ਇਸ ਪਰਵਿਰਤ ਅਤੇ ਪ੍ਰਾਕਿਰਤਿਕ ਅਨੋਖੀ ਦੁਨੀਆ ਨੂੰ ਦੇਖ ਕੇ ਅਤਿਅੰਤ ਹੈਰਾਨ ਹੋਵੇਗਾ, ਕਿਉਂਕਿ ਇਹ ਨਵੀਂ ਅਨੋਖੀ ਰੰਗੀਲੀ ਦੁਨੀਆ ਉਸ ਦੀ ਪਹਿਲੀ ਮਨੋਕਲਪਤ ਦੁਨੀਆ ਨਾਲੋਂ ਅਤ ਵਿਲੱਖਣ ਰੰਗੀਲੀ, ਅਡਰੀ ਤੇ ਓਪਰੀ ਪਾਸੇਗੀ। ਜਿਵੇਂ ਸੂਰਜ ਦਾ ਸਰੂਪ ਉਸ ਦਾ ਪ੍ਰਕਾਸ਼ ਅਥਵਾ ਧੁੱਪ ਹੈ ਤੇ ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ। ਅੰਦਰਲੀ ਅਨੁਭਵੀ ਦਿਵ ਦ੍ਰਿਸ਼ਟੀ ਖੁੱਲਣ ਤੇ ਜਦ ਜਗਿਆਸੂ ਆਤਮ ਮੰਡਲ ਦਾ ਬਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਉਹ ਅਤਿਅੰਤ ਹੈਰਾਨ ਹੋ ਕੇ ਬਿਸਮਾਦ ਹੋ ਜਾਂਦਾ ਹੈ ਕਿ ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆ ਦੇ ਮੁਕਾਬਲੇ ਤੇ ਜੀਵ ਦੇ ਆਪੂ ਘੜੇ ਹੋਏ ਇਹ ਮਨੋਕਲਪਤ ਖਿਆਲ, ਇਹ ਨਿਸ਼ਚੇ, ਇਹ ਗਿਆਨ ਆਦਿ ਸਭ ਝੂਠੇ ਤੇ ਕੂੜੇ ਪ੍ਰਤੀਤ ਹੁੰਦੇ ਹਨ। ਹਾਂਜੀ, ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆ ਦੇ ਮੁਕਾਬਲੇ ਤੇ ਜੀਵ ਦੇ ਆਪੂ ਘੜੇ ਹੋਏ ਇਹ ਮਨੋਕਲਪਤ ਖਿਆਲ, ਨਿਸ਼ਚੇ, ਗਿਆਨ ਆਦਿ ਸਭ ਝੂਠੇ ਤੇ ਕੂੜੇ ਪ੍ਰਤੀਤ ਹੁੰਦੇ ਹਨ। ਸ਼ਬਦ ਪ੍ਰਕਾਸ਼ ਵਾਲੀ ਦਿਵ ਦ੍ਰਿਸ਼ਟੀ ਖੁੱਲਣ ਤੇ ਜੀਵ ਉਤੇ ਜੋ ਹੈਰਾਨੀ ਤੇ ਬਿਸਮਾਦੀ ਹਾਲਤ ਵਰਤਦੀ ਹੈ ਉਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਰਾਮ ਗੁਰਮੋਹਨ ਮੋਹ ਮਨ ਲਈਆ, ਹਉ ਆਕਲ ਬਕਲ ਭਈ ਗੁਰ ਦੇਖੈ, ਹਉ ਲੋਟ ਪੋਟ ਹੋਏ ਪਈਆ। दर्शन देखत ही सुध की न सुध रही, बुद्ध की न बुद्ध रही, मत में न मत है, अद्भुत परम अद्भुत, विस्मय विषम, आश्चर्य आश्चर्य, अत अत है। शब्द सुरत अनहद लिवलीन पए, उन्मन मगन गगनपुर छाए हैं। प्रेम रस बस होए विषम विदे पए, अत आश्चर्य में हैरत हैराए हैं। गुरमुख सुख फल महिमा अगाध बोध, अकत कथा विनोद कहत न आए हैं। ਅਸਚਰਜੋ ਅਸਚਰਜ ਆਤਮਿਕ ਜਲਵਾ ਤਾਂ ਸ਼ਬਦ ਉਜਾਰਾ ਹੈ। ਇਹ ਅਨੁਭਵੀ ਖੇਲ ਹੈ। ਇਹ ਤਾਂ ਹਰਨਾਮੇ ਨਾਲ ਗੱਲਾਂ ਹਨ। ਇਹ ਚੁੱਪ ਪ੍ਰੀਤ ਹੈ। ਇਹ ਪ੍ਰੀਤ ਡੋਰੀ ਹੈ। ਇਹ ਆਤਮਿਕ ਖਿੱਚ ਹੈ, ਪ੍ਰੇਮ ਰਸ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਸਵੈਪਨਾ ਹੈ, ਇਹ ਅਨਹਦ ਧੁਨੀ ਹੈ। ਇਹ ਨਾਮ ਖੁਮਾਰੀ ਹੈ, ਇਹ ਅਨੰਦ ਵਿਨੋਦੀ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਬਸਤ ਅਗੋਚਰ ਹੈ, ਇਹ ਭਗਤ ਭੰਡਾਰ ਹੈ, ਇਹ ਅਨਹਦ ਚੁਨਕਾਰ ਹੈ, ਇਹ ਗੁਪਤ ਨਾਮ ਪਰ ਗਾਂਜਾ ਹੈ, ਇਹ ਨਾਮ ਰਸਾਇਣ ਹੈ, ਨਾਮ ਅਮੋਲਾ ਹੈ, ਇਹ ਪਿਆਰ ਦੀ ਥਰਕੰਬੜੀ ਹੈ, ਇਹ ਆਤਮ ਅੰਡੋਲਾ ਹੈ, ਇਹ ਚੁੱਪ ਗਿਣਾਵ ਹੈ। ਇਹ ਤਾਂ ਅਸਚਰਜ ਸਵਾਦ ਹੈ, ਇਹ ਆਤਮ ਬਰਖਾ ਹੈ, ਇਹ ਗਿਆਨ ਕੀ ਆਂਦੀ ਹੈ, ਇਹ ਅਚਰਜ ਕਿਛ ਕਹਿਣ ਨਾ ਜਾਈ ਹੈ। ਇਹ ਚਿਮਚਿਮ ਵਰਸੇ ਅੰਮ੍ਰਿਤ ਤਾਰਾ ਹੈ, ਇਹ ਪਰਮ ਅਦਭੁਤ ਹੈ, ਪਰਮ ਤਤ ਹੈ, ਅਸਚਰਜੋ ਅਸਚਰਜ ਹੈ, ਗੁਰ ਪ੍ਰਸਾਦ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 65 ਸ਼ਬਦ ਭਾਗ 8ਵਾਂ।